20 फरवरी को विधानसभा चुनाव होने जा रहे हैं। इसी संदर्भ में हमारे कैमरामैन मनदीप सिंह आज हेरिटेज स्ट्रीट पहुंचे, जहां उन्होंने आम जनता से बातचीत की और पूछा कि वह कैसी सरकार चाहते हैं, जिस पर लोगों ने अपने विचार प्रकट करते हुए कहा कि जो भी सरकार आए वो ऐसी सरकार हो जो लोगों की रोज़मर्रा की ज़िंदगी में काम आने वाली ज़रूरी चीज़ों के बढ़ते दामों की तरफ ध्यान दे। उन्होंने कहा कि पेट्रोल, गैस सिलेंडर आदि और भी कई ज़रूरी चीज़ों के दाम दिन ब दिन बढ़ते जा रहे हैं। सरकार उन्हें कम करने की तरफ ध्यान दे ताकि उन्हें परेशानियों का सामना कम करना पड़े। और साथ ही साथ लोगों ने सरकार से अपील की कि वह शिक्षा प्रणाली और स्वास्थ्य सेवाओं की तरफ भी ध्यान दे। देखो जी, सरकार ਨੂੰ ਤਾਂ ਕੰਮ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਵਾ। ਜਿਹੜੇ ਕੰਮ ਰੁਕੇ ਹੋਏ ਉਹ ਹੋਣੇ ਚਾਹੀਦੇ ਆ। ਪਬਲਿਕ ਤੇ ਇਹੋ ਹੀ ਚਾਹੁੰਦੀ ਰਹੀ ਹੈ ਕਿ ਕੋਈ ਵੀ ਸਰਕਾਰ ਆਵੇ ਉਹਦੇ ਕੰਮ ਹੋਣੇ ਚਾਹੀਦੇ ਆ, ਉਹ ਖਰਾਬ ਨਾ ਹੋਵੇ। ਬਾਕੀ ਇਹ ਤੇ ਹੁਣ ਸਰਕਾਰਾਂ ਆਉਣ ਤੇ ਡਿਪੈਂਡ ਕਰਦਾ ਵਾ। ਨੂੰ ਪੜ੍ਹਾਈ ਸਿੱਖਿਆ ਵੱਲ ਤੇ ਜਿਹੜੀ ਬੇਰੁਜ਼ਗਾਰੀ ਫੈਲੀ ਹੋਈ ਆ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਤੇ ਸਾਰੇ ਵਾਸਤੇ ਸਰਕਾਰ ਜਿਹੜੀ ਵੀ ਆਏ ਸਾਰਿਆਂ ਵਾਸਤੇ ਅੱਛੀ ਆਏ। ਕੋਈ ਵੀ ਹੋਵੇ ਆਪਾਂ ਸਰਕਾਰ ਦੇ ਬੈਰੀ ਨਹੀਂ ਹੈਗੇ ਸਰ। ਸਭ ਤੋਂ ਪਹਿਲਾਂ ਚਾਹੀਦਾ ਸਰਕਾਰ ਨੂੰ ਕਿ ਹਾਂ ਵੀ ਰੋਜ਼ਗਾਰ ਵਾਲੇ ਪਾਸੇ ਧਿਆਨ ਦੇਵੇ, ਕਿਉਂਕਿ ਸਰ ਪਬਲਿਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ। ਕਈਆਂ ਦੇ ਘਰ ਇੰਝ ਦੇ ਵੀ ਹੈਗੇ ਆ ਕਿ ਰੋਜ਼ਗਾਰ ਨਾ ਹੋਣ ਦੇ ਕਰਕੇ ਉਹਨਾਂ ਨੂੰ ਭੀਖ ਮੰਗਣੀ ਪੈ ਰਹੀ ਹੈ ਜਾਂ ਉਹ ਚੋਰੀ ਚਕਾਰੀ ਦੇ ਰਸਤੇ 'ਤੇ ਜਾ ਰਹੇ ਆ, ਜੋ ਕਿ ਉਹ ਸਹੀ ਨਹੀਂ ਹੈਗਾ ਆਪਣੇ ਮੁਲਕ ਵਾਸਤੇ। ਸਭ ਤੋਂ ਪਹਿਲਾਂ ਸਰਕਾਰ ਦੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ ਰੋਜ਼ਗਾਰ। ਹਰ ਕਿਸੇ ਦੇ ਕੋਲ ਵਪਾਰ ਹੋਣਾ ਚਾਹੀਦਾ, ਹਰ ਕਿਸੇ ਕੋਲ ਰੋਜ਼ਗਾਰ ਹੋਣਾ ਚਾਹੀਦਾ। ਜਿਸ ਦੇਸ਼ ਦੇ ਵਿੱਚ ਵਪਾਰ ਹੋਏਗਾ ਉਹੀ ਦੇਸ਼ ਆਪਣਾ ਕਾਮਯਾਬ ਹੋਏਗਾ, ਅਦਰਵਾਈਜ਼ ਦੇਸ਼ ਕਾਮਯਾਬ ਨਹੀਂ ਹੋ ਸਕਦਾ। ਤੁਸੀਂ ਫਰੀ 'ਚ ਜੋ ਮਰਜ਼ੀ ਵੰਡ ਦਿਓ, ਸਿਰਫ ਲੋਕਾਂ ਨੂੰ ਫਰੀ 'ਚ ਬਹਿ ਕੇ ਖਾਣ ਦੀ ਆਦਤ ਪੈ ਜਾਂਦੀ ਹੈ, ਮਿਹਨਤ ਛੱਡ ਦੇਣਗੇ, ਉਹਦਾ ਕੋਈ ਫਾਇਦਾ ਨਹੀਂ ਹੋਣਾ ਸਰ। ਮੈਂ ਤਾਂ ਕਹਾਂ ਕਾਂਗਰਸ ਸਰਕਾਰ ਹੀ ਦੁਬਾਰਾ ਹੈ, ਕਿਉਂਕਿ ਉਹ ਮਾਰਕੀਟ 'ਚ ਅਸਲੀ ਹੈਗੀ ਹੈ, ਕੰਟੀਨਿਊ 5 ਸਾਲ ਤੋਂ ਚੱਲਦੀ ਪਈ ਹੈ। ਉਹਨਾਂ ਨੂੰ ਪਤਾ ਹੈ ਕਿਸ ਤਰ੍ਹਾਂ ਰੈਗੂਲਰ ਚੱਲਣਾ ਹੈ। ਸੀ ਨਵੀਂ ਸਰਕਾਰ ਕੋਈ ਵੀ ਆਏਗੀ ਨਵੀਂ ਲੀਡ ਕਰੇਗੀ, ਆਪਣੀ ਹਰ ਕਾਨੂੰਨ ਨਵੇਂ ਬਣਾਏਗੀ, ਨੈਚੁਰਲ ਗੱਲ ਹੈ। ਇਸ ਕਰਕੇ ਆਈ ਵਿਲ ਗੋ ਫॉर ਕਾਂਗਰਸ ਓਨਲੀ। ਸਰ ਮਾਰਕੀਟ 'ਚ ਵਪਾਰੀ ਵਾਸਤੇ ਹਮੇਸ਼ਾ ਵਪਾਰ ਹੀ ਮਾਰਕੀਟ ਨੂੰ ਵਧਾਉਂਦਾ ਹੈ ਅਤੇ ਵਪਾਰੀ ਬੰਦਾ ਹੀ ਅੱਗੇ ਵਧੇਗਾ ਅਤੇ ਵਪਾਰ ਅੱਗੇ ਵਧੇਗਾ, ਹਰ ਚੀਜ਼ ਅੱਗੇ। ਇਸ ਕਰਕੇ ਕਹਾਂਗੇ ਵਪਾਰੀ ਹੀ ਅੱਗੇ ਵਧੇ। ਕਹੀਏ ਅਗਰ ਅਸੀਂ ਦੇਖਿਆ ਤੇ ਬੇਸਿਕ ਜਿਹੜੇ ਲੋਕਾਂ ਦੀਆਂ ਨੀਡਸ ਹੈਗੀਆਂ ਨੇ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਨੇ। ਬੇਸਿਕ ਫੈਸਿਲਿਟੀਜ਼ ਜਿਹੜੀਆਂ ਬੰਦਿਆਂ ਨੂੰ ਚਾਹੀਦੀਆਂ, ਲੋਕਾਂ ਨੂੰ ਮੇਨਲੀ ਹਸਪੀਟਲਸ ਹੋਣ, ਮੈਡੀਕਲ ਫੈਸਿਲਿਟੀਜ਼ ਮਿਲਣ ਲੋਕਾਂ ਨੂੰ, ਬੱਚਿਆਂ ਨੂੰ ਸਭ ਤੋਂ ਵਧੀਆ ਸਿੱਖਿਆ ਮਿਲੇ, ਸਭ ਤੋਂ ਵਧੀਆ ਜ਼ਰੂਰੀ ਜਿਹੜਾ ਕੰਮ ਹੈ। ਇਹ ਚੀਜ਼ਾਂ ਨੂੰ ਜਿਹੜਾ ਪਾਰਟੀ ਧਿਆਨ ਰੱਖਦੀ ਹੈ ਉਹ ਕਰੇ। ਓਵਰਆਲ ਅਸੀਂ ਦੇਖਦੇ ਆ ਰਹੇ ਹਾਂ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਅਤੇ ਸਾਨੂੰ ਤਾਂ ਇਹੋ ਨਜ਼ਰ ਆ ਰਿਹਾ ਕਿ ਹੁਣ ਤਾਂ ਇੱਕੋ ਇੱਕ ਨਜ਼ਰ ਆ ਰਿਹਾ ਵੀ ਦਿੱਲੀ ਵਿੱਚ ਜਿਹਨਾਂ ਨੇ ਕੋਈ ਕੀਤਾ, ਅਗਰ ਉਹੀ ਕੁਝ ਕਰਕੇ ਦਿਖਾਉਂਦੇ ਹੈ ਤਾਂ ਇੱਕ ਮੌਕਾ ਤਾਂ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ। ਸਾਡੇ ਭਾਣੇ ਦਾ ਤਾਂ ਇਹੀ ਲੱਗਦਾ ਕਿ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਏ। ਬਾਕੀ ਦਾ ਜੋ ਹੋਏਗਾ ਫਿਰ ਉਹ ਤੋਂ ਬਾਅਦ ਦੀ ਗੱਲ ਹੈ, ਅਤੇ 5 ਸਾਲਾਂ ਬਾਅਦ ਨਹੀਂ ਹੋਏਗਾ ਤਾਂ ਉਹਨਾਂ ਨੂੰ ਹਟਾਇਆ ਜਾ ਸਕਦਾ, ਹੋਰ ਕੀ ਹੋ ਸਕਦਾ ਇਸ 'ਤੇ। ਜਿੱਦਾਂ ਕਿ ਮੇਰੇ ਖਿਆਲ ਨਾਲ ਵੀਰੇ ਵੀ ਮੁੱਦੇ ਦਾ ਬਹੁਤ ਆਪਣੇ ਦੇਸ਼ ਦੇ ਵਿੱਚ ਜਿਨ੍ਹਾਂ ਦਾ ਸੁਧਾਰ ਕਰਨਾ ਚਾਹੀਦਾ ਵਾ, ਬਟ ਜ਼ਿਆਦਾ ਜਿਵੇਂ 2-3 ਚੀਜ਼ਾਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ, ਜਿਵੇਂ ਕਿ ਨਸ਼ਾ ਬਹੁਤ ਆਪਣੇ ਦੇਸ਼ ਦੇ ਵਿੱਚ ਆ ਉਹ, ਅਤੇ ਬਾਕੀ ਜਿਹੜੀ ਆ ਬੇਰੁਜ਼ਗਾਰੀ ਬਹੁਤ ਆਪਣੇ ਦੇਸ਼ ਦੇ ਵਿੱਚ ਵਧੀ ਹੋਈ ਆ, ਉਹਨਾਂ ਨੂੰ ਕੋਈ ਵੀ ਨੌਜਵਾਨਾਂ ਨੂੰ ਜਾਂ ਕੋਈ ਨੌਕਰੀਆਂ वगैरह देन, वो चीज़ों का ध्यान देना चाहिए ज़्यादा। सर मेरे हिसाब से जैसे मैं एक धार्मिक स्थान पे खड़ा हूँ, तो यहाँ पे जितना भी हर जगह अपने भारत में दुनिया जहान के अपने धार्मिक स्थान हैं, हर धर्म के अपने अपने स्थान हैं जहाँ पे लाखों करोड़ों रुपए का चंदा आ रहा है और वो टोटली जिसका कोई हिसाब नहीं है, कोई किसी के पास उसका लेखा जोखा नहीं है और वो पैसा कहाँ से आ रहा है, कहाँ जा रहा है, कितना आ रहा है, उसका टोटली मिसयूज़ हो रहा है। जो पब्लिक का पैसा है और वो पब्लिक के ऊपर यूज़ नहीं हो रहा, लोग अपनी प्राइवेट प्रॉपर्टीज़ में उसको यूज़ कर रहे हैं। तो मुझे लगता है कि सरकारों को इस पर खास करके ध्यान देना चाहिए और इसके अगेंस्ट लॉ बनाने चाहिए और इसको एक चैनलाइज करना चाहिए जिससे कि आम जनता का भला हो सके। जैसे कि पुराने टाइम में होता था, हर राजा के एक मंदिर होता था या हर जगह होती थी, इसमें लोग डोनेशंस देते थे। जैसे ही कोई वॉर होता था या और होता था, उस फंड का यूज़ होता था पब्लिक के लिए। जब भी कोई अकाल पड़ता था लोगों के लिए भोजन उपलब्ध कराया जाता, सब कुछ कराया जाता। लेकिन आज जो पैसा है वो लोगों की पर्सनल प्रॉपर्टीज़ में जा रहा है और हमने ऐसे बहुत सारे एग्जांपल जैसे हैं जिससे पैसे का मिसयूज़ का कोई लिमिट नहीं है। मंदिरों में खास करके यहाँ पे चलो फिर भी अपने एक सिख समाज संगत में अपने को ये है कि उसका बहुत सारा सिख संगत को लाभ हो रहा है, लोगों का कुछ लाभ के काम किए जा रहे हैं, उतना नहीं किया जा रहा लेकिन फिर भी कुछ किया जा रहे हैं। लेकिन मंदिरों का जो पैसा है उसका टोटली मिसयूज़ हो रहा है। गवर्नमेंट को डेफिनेटली इस चीज़ की तरफ ध्यान देना चाहिए। सब तो पहला पॉइंट तो कोई भी सरकार आती है तो उन्होंने मतलब बच्चों वाल ध्यान देना चाहिए, क्योंकि तकरीबन सारा कुछ खुला है, बट ਜਿਹੜੇ ਸਕੂਲ ਕਾਲਜ है ਉਹੀ क्यों बंद किए गए हैगे। ठीक है, ਇੱਥੇ ਕਰੋਨਾ है नहीं, अगर सरकार ये चाहती हैगी भी इलैक्शनस होण, वोटां पैण, तो वोटां भी तो स्कूलों 'ਚ ही बूथ बनणगे ना। ठीक है, तो फिर उत्थे भी करोना होगा, इस करके फिर असीं वोट पाउण भी नहीं जावांगे जे बच्चों लिए स्कूल नहीं खुल रहे।
ਸੈਕੰਡ ਥਿੰਗ ਇਹ ਹੈ ਕਿ ਪੰਜਾਬ ਦਾ ਪੂਰਾ ਯੂਥ ਹੈ ਜੋ ਉਹ ਬਾਹਰ ਜਾ ਰਿਹਾ ਹੈ, ਠੀਕ ਹੈ। ਕਿਉਂ ਜਾ ਰਿਹਾ ਹੈ? ਕਿਸੇ ਵੀ ਸਰਕਾਰ ਨੇ, ਕੋਈ ਵੀ ਸਰਕਾਰ ਆਉਂਦੀ ਹੈ, ਕਿ ਉਹਨਾਂ ਨੇ ਕਦੇ ਨੋਟ ਕੀਤਾ ਹੈ ਕਿ ਪੜ੍ਹਿਆ ਲਿਖਿਆ ਜੋ ਜਨਰੇਸ਼ਨ ਹੈ ਉਹ ਬਾਹਰ ਕਿਉਂ ਜਾ ਰਹੀ ਹੈ? ਕਿਸੇ ਸਰਕਾਰ ਨੇ ਕਦੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਯੂਥ ਨੂੰ ਵੀ ਅਸੀਂ ਤੁਹਾਨੂੰ ਸਾਰੀ ਫੈਸਿਲਿਟੀ ਇੱਥੇ ਹੀ ਦੇਵਾਂਗੇ, ਤੁਸੀਂ ਇੱਥੇ ਹੀ ਰੁਕੋ? ਇਹ ਸਰਕਾਰ ਆਉਂਦੀ ਹੈ, ਇਸ ਤੇ ਵਿਚਾਰ ਕਰਨਾ ਚਾਹੀਦਾ ਸਰ। ਸਭ ਤੋਂ ਪਹਿਲੇ ਸਰਕਾਰ ਨੂੰ ਤੇ ਆਮ ਜਨਤਾ ਦੇ ਉੱਤੇ ਧਿਆਨ ਦੇਣਾ ਚਾਹੀਦਾ। ਆਮ ਪਬਲਿਕ ਬਹੁਤ ਜ਼ਿਆਦਾ ਦੁਖੀ ਹੈਗੀ ਹੈ ਕਾਰੋਬਾਰ ਦੇ ਵਿੱਚ। ਦੂਜੀ ਗੱਲ, ਸਕੂਲ ਦੇ ਬੱਚੇ ਜਿਹੜੇ ਹੈਗੇ ਨੇ ਬੜੇ ਪਰੇਸ਼ਾਨ ਹੈਗੇ ਨੇ, ਬੱਚੇ ਘਰ ਨਹੀਂ ਪੜ੍ਹ ਸਕਦੇ। ਇਹਦੇ ਵਿੱਚ ਸਰਕਾਰ ਨੂੰ ਮਤਲਬ ਹੱਕ ਪੂਰਾ ਕਰਨਾ ਚਾਹੀਦਾ। ਦੂਜੀ ਗੱਲ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੋਈ ਹੈ, ਕਾਰੋਬਾਰ ਦੇ ਵਿੱਚ ਜੋ ਬਹੁਤ ਜ਼ਿਆਦਾ ਫਰਕ ਪਿਆ ਆ ਵਾ। ਅਸੀਂ ਸਰਕਾਰ ਜਿਹੜੀ ਮਰਜ਼ੀ ਆਵੇ, ਸਾਨੂੰ ਸਰਕਾਰ ਨਾਲ ਕੋਈ ਮਤਲਬ ਨਹੀਂ ਗਾ। ਸਰਕਾਰ ਨੂੰ ਮਤਲਬ ਇਹ ਚਾਹੀਦਾ ਹਰ ਕਾਰੋਬਾਰ ਦੇ ਵਿੱਚ ਹਰ ਪਬਲਿਕ ਨੂੰ ਮਤਲਬ ਧਿਆਨ ਰੱਖੇ, ਸਰਕਾਰ ਜਿਹੜੀ ਮਰਜ਼ੀ ਆ ਜੇ। ਪਹਿਲਾਂ ਤਾਂ ਕਾਰੋਬਾਰ ਦੇ ਵਿੱਚ ਧਿਆਨ ਦੇਣਾ ਚਾਹੀਦਾ ਲੋਕਾਂ ਦੇ। ਜਿਹੜੇ ਆਮ ਪਬਲਿਕ ਹੈਗੀ ਹੈ ਇਸ ਵੇਲੇ ਬਹੁਤ ਪਰੇਸ਼ਾਨ ਹੈਗੀ ਕਾਰੋਬਾਰ ਤੋਂ, ਕਿਉਂਕਿ ਜੇ ਕੰਮ ਥੋੜ੍ਹਾ ਬਹੁਤ ਤੁਰਨ ਲੱਗਦਾ ਹੈ ਤੇ ਨਾਲ ਹੀ ਸਰਕਾਰ ਕਹਿੰਦੀ ਕਰੋਨਾ ਆ ਗਿਆ। ਠੀਕ ਹੈ ਜੀ, ਕਰੋਨਾ ਜਦੋਂ ਆਉਂਦਾ ਹੈ ਨਾਲ ਹੀ ਕਹਿੰਦੇ ਹੈ ਰਾਤ ਦਾ ਕਰਫਿਊ ਹੈ, ਨਾਈਟ ਕਰਫਿਊ ਹੋ ਗਿਆ ਜਾਂ ਲੋਕਡਾਊਨ ਲੱਗ ਗਿਆ। ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਨਾ ਕੰਟਰੋਲ 'ਚ ਕਰਨਾ ਚਾਹੀਦਾ ਸਰਕਾਰ ਨੂੰ, ਕਿਉਂਕਿ ਲੋਕਡਾਊਨ ਦੇ ਨਾਲ ਕੋਈ ਗਰੀਬੀ ਨਹੀਂ ਹਟਦੀ, ਕਿਉਂਕਿ ਹੋਰ ਲੋਕ ਪਿੱਛੇ ਜਾ ਰਹੇ ਨੇ। ਜੇ ਥੋੜ੍ਹਾ ਜਿਹਾ ਉੱਠਣ ਦੀ ਕੋਸ਼ਿਸ਼ ਕਰਦੇ ਲੋਕੀ, ਇਹ ਜਿਹੜੇ ਸਰਕਾਰ ਹੈਗੀ ਕਰੋਨਾ ਲਿਆ ਕੇ ਫਿਰ ਉਹਨਾਂ ਨੂੰ 2 ਸਾਲ 3 ਸਾਲ ਪਿੱਛੇ ਫਿਰ ਸੁੱਟ ਦਿੰਦੀ ਹੈ ਸਰਕਾਰ, ਕਿਉਂਕਿ ਗਰੀਬ ਬੰਦਾ ਰੋਜ਼ ਜਿਹੜਾ ਕਮਾ ਕੇ ਖਾ ਰਿਹਾ ਨਾ, ਉਹ ਬੰਦਾ ਇਸ ਵੇਲੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈਗਾ ਵੈ, ਕਿਉਂਕਿ ਉਹਨਾਂ ਦਾ ਕੋਈ ਹੋਰ ਜ਼ਰੀਆ ਨਹੀਂ ਹੈਗਾ। ਜਿਹਨੇ ਰੋਜ਼ ਕਮਾਣਾ, ਜਿਹਨੇ ਰੋਜ਼ ਖਾਣਾ, ਉਹਨੂੰ ਬਹੁਤ ਦਿੱਕਤ ਹੋ ਰਹੀ ਹੈ। ਜਿਨ੍ਹਾਂ ਦੇ ਮਤਲਬ ਕਿ ਸਰਕਾਰੀ ਨੌਕਰੀਆਂ ਹੈਗੀਆਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਭਾਜੀ, ਉਹਨਾਂ ਦੀ ਤਾਂ ਮਹੀਨੇ ਬਾਅਦ ਤਨਖਾਹਾਂ ਪੈ ਹੀ ਜਾਣੀ ਹੈ। ਤੇ ਸਾਡੇ ਵਰਗਾ ਜਿਹੜਾ ਆਮ ਪਬਲਿਕ ਹੈਗੀ ਜਿਹੜੀ ਇੱਥੇ ਰੋਜ਼ ਕਮਾ ਕੇ ਖਾ ਰਹੀ ਹੈ, ਉਹਨਾਂ ਬਾਰੇ ਸਰਕਾਰ ਨੂੰ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਕਾਰੋਬਾਰ ਬੰਦ ਕਰਨ ਦੇ ਨਾਲ ਕਰੋਨਾ ਨਹੀਂ ਭੱਜਦਾ। ਠੀਕ ਹੈ ਜੀ, ਕਾਰੋਬਾਰ ਜੇ ਬੰਦ ਵੀ ਹੋ ਜਾਂਦੇ ਆ ਫਿਰ ਕਰੋਨਾ, ਦੇਖੋ ਇੱਕ ਸਕੂਲ ਤੁਸੀਂ ਕਰੋਨਾ ਕਰਕੇ ਬੰਦ ਕਰਤੇ ਬੱਚਿਆਂ ਦੇ, ਜੇ ਸਾਡੇ ਬੱਚੇ ਪੜ੍ਹਨਗੇ ਨਹੀਂ ਲਿਖਣਗੇ ਨਹੀਂ ਤੇ ਉਹ ਅੱਗੇ ਕਿੱਦਾਂ ਵਧਣਗੇ? ਹੁਣ ਦੇਖੋ ਬੱਚਿਆਂ ਜਿਹੜਾ ਫਿਊਚਰ ਹੈਗਾ ਉਹ 2 ਸਾਲ ਪਿੱਛੇ ਚਲਾ ਗਿਆ। ਹੁਣ ਜਿਹੜੇ ਬੱਚਿਆਂ ਨੂੰ ਐਸੇ ਮੰਨ ਲਓ 5ਵੀਂ ਕਲਾਸ ਜਾਂ 6ਵੀਂ ਕਲਾਸ 'ਚ ਹੋਣਾ ਸੀ, ਇਸ ਲਈ ਉਹ 3ਰੀ ਕਲਾਸ ਦੇ ਵਿੱਚ ਹੀ ਹੈਗੇ ਆ, ਕਿਉਂਕਿ ਇਹ ਕਰੋਨਾ ਕਰਕੇ 3 ਸਾਲ ਇਹਨਾਂ ਦੀ ਵੇਸਟ ਹੋ ਗਿਆ ਹੈ। ਇਸ ਕਰਕੇ ਸਰਕਾਰ ਨੂੰ ਥੋੜ੍ਹਾ ਜਿਹਾ ਮਾੜੇ ਬੰਦੇ ਵੱਲ, ਗਰੀਬ ਬੰਦੇ ਵੱਲ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ, ਜਿਹੜੇ ਕਿ ਲੋਕੀ ਰੋਜ਼ ਕਮਾ ਕੇ ਖਾ ਰਹੇ ਨੇ। ਬਸ